हाँ जी, सत श्री अकाल जी साਰਿਆਂ ਨੂੰ। ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਸਟੱਡੀ ਬਜ਼ਰ ਤੇ। ਸੋ ਅੱਜ ਆਪਣਾ ਜਿਹੜਾ ਚਰਚਾ ਦਾ ਵਿਸ਼ਾ ਰਹਿਣ ਵਾਲਾ ਹੈ, ਅਸੀਂ ਕੈਗ ਪੋਸਟ ਬਾਰੇ ਪੜ੍ਹਨ ਜਾ ਰਹੇ ਹਾਂ। ਯੈਸ, ਕੈਗ ਬਾਰੇ ਆਪਾਂ ਅੱਜ ਡਿਸਕਸ਼ਨ ਕਰਨ ਜਾ ਰਹੇ ਹਾਂ, ਜਿਹੜੀ ਕਿ ਸ਼ਾਇਦ 9th ਰੈਂਕਡ ਆਪਣੀ ਜਿਹੜੀ ਪੋਸਟ ਹੈ, ਇਹਨਾਂ ਬਾਰੇ ਆਪਾਂ ਡਿਸਕਸ਼ਨ ਕਰਾਂਗੇ ਜੀ। ਸੋ ਵਿਦਆਊਟ ਆਪਾਂ ਇਹਨਾਂ ਨੂੰ ਜਾਣਨ ਤੋਂ ਪਹਿਲਾਂ ਜਿਹੜੀਆਂ ਮਹੱਤਵਪੂਰਨ ਗੱਲਾਂ ਹੈ ਉਹਨਾਂ ਬਾਰੇ ਆਪਾਂ ਡਿਸਕਸ਼ਨ ਕਰ ਲੈਂਦੇ ਆ। ਦੇਖੋ, ਆਪਣਾ ਜਿਹੜਾ ਪਾਰਟ 5 ਹੈ, ਪਾਰਟ 5 ਇੰਡੀਅਨ ਕਨਸਟੀਟਿਊਸ਼ਨ ਦਾ, ਉਹ ਡੀਲ ਕਰਦਾ ਹੈ ਸੈਂਟਰਲ ਗਵਰਨਮੈਂਟ ਦੇ ਨਾਲ। ਸੈਂਟਰਲ ਗਵਰਨਮੈਂਟ ਦੇ ਨਾਲ ਡੀਲ ਕਰਦਾ ਹੈ। ਆਰਟੀਕਲ ਆ ਜਾਂਦੇ ਹੈ ਜੀ, ਆਰਟੀਕਲ 52 ਤੋਂ ਲੈ ਕੇ 52 ਤੋਂ ਲੈ ਕੇ 151 ਤੱਕ ਹੈ ਜਿਹੜਾ ਆਰਟੀਕਲ ਪਾਰਟ 5 ਦੇ ਵਿੱਚ ਆ ਜਾਂਦੇ, ਸੈਂਟਰ ਗਵਰਨਮੈਂਟ ਨਾਲ ਡੀਲ ਕਰਦੇ ਆ ਜੀ। ਇਹਦੇ ਵਿੱਚ ਮੋٹے ਤੌਰ ਤੇ ਤੁਹਾਨੂੰ ਦੱਸ ਦੇਣਾ ਚਾਹੂੰਗਾ ਕਿ ਸਭ ਤੋਂ ਪਹਿਲਾਂ ਐਗਜ਼ੀਕਿਊਟਿਵ ਆ ਜਾਂਦੀ ਹੈ, ਮਤਲਬ ਕਾਰਜਪਾਲਿਕਾ ਆ ਜਾਂਦੀ ਹੈ ਜੀ। 52 ਤੋਂ ਲੈ ਕੇ 78 ਤੱਕ ਹੈ ਜਿਹੜਾ ਆਪਣੀ ਐਗਜ਼ੀਕਿਊਟਿਵ ਮਤਲਬ ਕਾਰਜਪਾਲਿਕਾ ਨੂੰ ਵਿਆਖਿਤ ਕੀਤਾ ਗਿਆ ਜੀ। ਇਹਦੇ ਚ ਰਾਸ਼ਟਰਪਤੀ ਆ ਜਾਂਦਾ, ਇਹਦੇ ਚ ਆਪਣਾ ਵਾਈਸ ਪ੍ਰੈਜ਼ੀਡੈਂਟ ਆ ਜਾਂਦਾ, ਉਪ ਰਾਸ਼ਟਰਪਤੀ ਆ ਜਾਂਦਾ, ਇਹਦੇ ਚ ਆਪਣੀ ਕਾਉਂਸਲ ਆਫ ਮਿਨਿਸਟਰ ਆ ਜਾਂਦੀ, ਮੰਤਰੀ ਪ੍ਰੀਸ਼ਦ ਆ ਜਾਂਦੀ ਹੈ, ਜਿਸ ਦਾ ਹੈਡ ਪੀਐਮ ਹੁੰਦਾ ਹੈ, ਪ੍ਰਧਾਨ ਮੰਤਰੀ ਹੁੰਦਾ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰ ਸਕਦੇ ਹਾਂ, ਇਸ ਤੋਂ ਬਾਅਦ ਲੈਜਿਸਲੇਚਰ ਆ ਜਾਂਦੀ ਹੈ, ਲੈਜਿਸਲੇਚਰ ਆ ਜਾਂਦੀ ਹੈ ਮਤਲਬ ਵਿਧਾਨ ਪਾਲਿਕਾ ਆ ਜਾਂਦੀ ਹੈ। 79 ਤੋਂ ਲੈ ਕੇ 123 ਤੱਕ ਜਿਹੜਾ ਹੈ ਆਰਟੀਕਲਸ ਵਿਆਖਿਤ ਕਰਦੇ ਹੈ ਲੈਜਿਸਲੇਚਰ ਨੂੰ, ਆਪਣੀ ਯੂਨੀਅਨ ਲੈਜਿਸਲੇਚਰ ਨੂੰ, ਸੈਂਟਰ ਗਵਰਨਮੈਂਟ ਸੈਂਟਰਲ ਲੈਜਿਸਲੇਚਰ ਨੂੰ ਵਿਆਖਿਤ ਕਰਦੇ ਹੈ। ਉਸ ਤੋਂ ਬਾਅਦ ਜੁਡੀਸ਼ਰੀ ਆ ਜਾਂਦੀ ਹੈ ਜੀ, ਉਸ ਤੋਂ ਬਾਅਦ ਜੁਡੀਸ਼ਰੀ ਆ ਜਾਂਦੀ ਹੈ, ਮਤਲਬ ਆਪਣੀ ਨਿਆਂਪਾਲਿਕਾ ਆ ਜਾਂਦੀ ਹੈ। ਸੁਪਰੀਮ ਕੋਰਟ ਦੀ ਗੱਲ ਕੀਤੀ ਗਈ ਹੈ ਆਰਟੀਕਲ 124 ਤੋਂ ਲੈ ਕੇ 147 ਤੱਕ। ਕਲੀਅਰ? ਤੁਸੀਂ ਕਹੋਗੇ ਵੀ 151 ਤੱਕ ਸੀ, ਪਰੰਤੂ ਆਪਾਂ ਦੇਖ ਪਾ ਰਹੇ ਹਾਂ ਸਿਰਫ ਔਰ ਸਿਰਫ 147 ਤੱਕ ਆਪਾਂ ਗੱਲ ਕਰਕੇ ਚੁੱਪ ਕਰ ਗਏ। ਤਾਂ ਦੇਖੋ, ਸੈਂਟਰ ਦੀ ਵੀ ਪੋਸਟ ਐਕਟ ਆਰਟੀਕਲ 148 ਤੋਂ ਲੈ ਕੇ 151 ਤੱਕ ਹੈ ਜਿਹੜਾ ਉਹ ਕੈਗ ਨੂੰ ਡਿਫਾਈਨ ਕੀਤਾ ਗਿਆ ਜੀ। ਕੈਗ ਹੁੰਦਾ ਕੀ ਹੈ ਉਸ ਬਾਰੇ ਡਿਸਕਸ਼ਨ ਕਰ ਲੈਂਦੇ ਹਾਂ। ਫਸਟ ਆਫ ਆਲ, ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ। ਠੀਕ ਹੈ, ਆਰਟੀਕਲ 148, ਆਰਟੀਕਲ 148 ਇਸ ਚੀਜ਼ ਦਾ, ਇਸ ਪੋਸਟ ਦਾ ਜ਼ਿਕਰ ਕਰਦਾ ਹੈ। ਕੁਐਸਚਨ ਇਹ ਵੀ ਆ ਸਕਦਾ ਹੈ, ਭਾਰਤ ਵਿੱਚ ਇੱਕ ਕੈਗ ਹੋਵੇਗਾ, ਕੰਟਰੋਲਰ ਐਂਡ ਆਡੀਟਰ ਜਨਰਲ ਹੋਏਗਾ, ਕਿਹੜੇ ਆਰਟੀਕਲ ਦੇ ਅੰਡਰ? ਆਰਟੀਕਲ 148। ਆਪਣੇ ਵੈਸੇ ਹਜੇ ਮੈਂ ਇੱਕ ਇੱਕ ਚੀਜ਼ ਨੂੰ ਸਮਝਾਵਾਂਗਾ, ਕੀ ਹੁੰਦੀ ਹੈ ਆਡੀਟਿੰਗ, ਕੀ ਹੁੰਦੀ ਹੈ ਅਕਾਊਂਟਿੰਗ, ਕੀ ਹੁੰਦੀ ਹੈ, ਇਹਨਾਂ ਦਾ ਕੀ ਕੰਮ ਹੁੰਦਾ ਹੈ। ਇਹਨਾਂ ਮੋٹے ਤੌਰ ਤੇ ਦੱਸ ਦੇਣਾ, ਜਿਵੇਂ ਇੱਕ ਮੁਨਸ਼ੀ ਹੁੰਦਾ ਹੈ, ਲੇਖਾ ਜੋਖਾ ਰੱਖਣ ਵਾਲਾ ਪਰਸਨ ਹੁੰਦਾ ਹੈ, ਹਰ ਇੱਕ ਮਤਲਬ ਆੜਤੀ ਕੋਲ ਤੁਸੀਂ ਸੁਣਿਆ ਹੋਗਾ, ਪਿੰਡਾਂ ਦੇ ਤਰੀਕੇ ਨਾਲ ਹੀ ਦੱਸ ਦਿੰਦਾ ਤੁਹਾਨੂੰ। ਉਵੇਂ ਹੀ ਆਪਣੇ ਪੂਰੇ ਭਾਰਤ ਦੇ ਵਿੱਚ ਭਾਰਤੀ ਸਰਕਾਰ ਦਾ ਲੇਖਾ ਜੋਖਾ ਰੱਖਣ ਦੇ ਲਈ ਇੱਕ ਕੈਗ ਦੀ ਪੋਸਟ ਹੈਗੀ ਹੈ। ਕੱਲਾ ਲੇਖਾ ਜੋਖਾ ਨਹੀਂ, ਬਹੁਤ ਸਾਰੀਆਂ ਗੱਲਾਂ ਹੁੰਦੀਆਂ। ਆਡੀਟਿੰਗ ਦਾ ਆਪਾਂ ਐਗਜ਼ੈਕਟ ਮੀਨਿੰਗ ਅੱਗੇ ਪੜਾਂਗੇ। ਵੀਡੀਓ ਨੂੰ ਅੰਤ ਤੱਕ ਦੇਖਣਾ, ਬਹੁਤ ਨੌਲੇਜੇਬਲ ਸੈਸ਼ਨ ਰਹਿਣ ਵਾਲਾ ਹੈ, ਹੈਲਪਫੁਲ ਰਹੇਗਾ ਤੁਹਾਡੇ ਲਈ। ਪਹਿਲੀ ਗੱਲ ਤਾਂ ਇਹ ਕਲੀਅਰ ਹੋ ਜਾਂਦੀ ਹੈ, ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ। ਦੇਖੋ, ਇੰਡੀਅਨ ਡੈਮੋਕ੍ਰੇਸੀ ਦੀ ਗੱਲ ਕਰਾਂ ਜਾਂ ਮੈਂ ਗੱਲ ਕਰਾਂ ਇੰਡੀਅਨ ਕਨਸਟੀਟਿਊਸ਼ਨ ਦੀ, ਇਹਨੂੰ 4 ਪਿਲਰ ਜਿਹੜਾ ਸਿਕਿਉਰ ਕਰਨ ਦਾ ਕੰਮ ਕਰਦੇ ਹੈ। ਪਹਿਲਾ ਪਿਲਰ ਮੋٹے ਤੌਰ ਤੇ ਜੇ ਦੇਖੋਗੇ ਆਪਣੀ ਜੁਡੀਸ਼ਰੀ ਹੈ, ਮਤਲਬ ਨਿਆਂਪਾਲਿਕਾ ਹੈ। ਜੇਕਰ ਜੱਜ ਹੀ ਕਰਪਟ ਹੋ ਜਾਣ ਫਿਰ ਆਪਣੇ ਦੇਸ਼ ਦਾ ਢਾਂਚਾ ਕਿੱਧਰ ਚਲਾ ਜਾਏਗਾ? ਪਹਿਲਾ ਪੁਆਇੰਟ। ਦੂਜਾ ਹੈ ਇਲੈਕਸ਼ਨ ਕਮਿਸ਼ਨ, ਆਪਣਾ ਚੋਣ ਮੰਡਲ ਆਪਣਾ, ਹਨਾ। ਹੁਣ ਇਲੈਕਸ਼ਨਸ ਹੋਣਗੀਆਂ, ਜੇਕਰ ਉਹ ਨਿਰਪੱਖ ਨਾ ਹੋਈਆਂ, ਫ੍ਰੀਲੀ ਉਹਨਾਂ ਤੇ ਉਹ ਆਪਣਾ ਕੰਮ ਨਾ ਕਰ ਪਾਏ, ਤਾਂ ਆਪਣੀ ਡੈਮੋਕ੍ਰੇਸੀ ਨੂੰ ਖਤਰਾ ਹੈ, ਆਪਣੀ ਕਨਸਟੀਟਿਊਸ਼ਨ ਨੂੰ ਖਤਰਾ ਹੈ। ਕੈਗ ਵੀ ਇਹਦੇ ਚ ਆ ਜਾਂਦਾ ਹੈ। ਹਿਸਾਬ ਕਿਤਾਬ ਰੱਖਣਾ ਹੁੰਦਾ, ਮੰਨ ਕੇ ਚਲੋ ਕੋਈ ਬੰਦਾ ਕਰਪਸ਼ਨ ਕਰ ਰਿਹਾ ਹੈ, ਕੋਈ ਲੀਡਰ, ਕੋਈ ਵੀ ਪਰਸਨ, ਤੇ ਜੇ ਕੈਗ ਨੇ ਉਸਨੂੰ ਪਕੜਿਆ ਹੀ ਨਾ, ਫਿਰ ਆਪਣੇ ਦੇਸ਼ ਦਾ ਵਿੱਤ ਡਾਮਾਡੋਲ ਹੋ ਸਕਦਾ ਹੈ। ਯੂਪੀਐਸਸੀ ਜਿਹੜੀ ਕਿ ਆਪਣੇ ਸਿਵਲ ਸਰਵਿਸਿਜ਼ ਦਾ ਜਿਹੜਾ ਹੈ ਬ੍ਰਾਂਚ ਤੁਸੀਂ ਕਹਿ ਸਕਦੇ ਹੋ। ਜੁਡੀਸ਼ਰੀ, ਇਲੈਕਸ਼ਨ ਕਮਿਸ਼ਨ, ਕੈਗ ਐਂਡ ਯੂਪੀਐਸਸੀ, ਇਹ ਜਿਹੜੇ ਬੇਸਿਕ ਪਿਲਰਸ ਕਹਿ ਸਕਦੇ ਹੋ, ਇਸ ਦੇ ਆਧਾਰ ਪਿਲਰ ਨੇ, ਇਹ ਬੇਸਿਕ ਪਿਲਰ ਕਹਿ ਸਕਦੇ ਹੋ।
ਬੇਸਿਕ ਪਿਲਰ, ਆਧਾਰ ਪਿਲਰ। ਇਹਨਾਂ ਨੂੰ ਬੜਾ ਹੀ ਸਾਫ਼ ਸੁਥਰੇ ਤਰੀਕੇ ਦੇ ਨਾਲ ਇਹਨਾਂ ਨੂੰ ਫ੍ਰੀਲੀ ਕਹਿ ਸਕਦੇ ਹੋ, ਮਤਲਬ ਫ੍ਰੀ ਹੋਣੇ ਚਾਹੀਦੇ ਆ, ਨਿਰਪੱਖ ਹੋਣੇ ਚਾਹੀਦੇ ਆ, ਪਾਰਸ਼ੈਲਿਟੀ ਤੋਂ ਮੁਕਤ ਹੋਣੇ ਚਾਹੀਦੇ ਆ ਜੀ। ਆਰਟੀਕਲ 148 ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ। ਅੱਛਾ, ਮੈਂ ਆਰਟੀਕਲ 148 ਨੂੰ ਹੋਰ ਜ਼ਿਆਦਾ ਵਿਆਖਿਤ ਕਰੂੰਗਾ, ਪਰ ਆਪਾਂ ਦੇਖ ਲਓ ਆਪਣਾ ਜਿਹੜਾ ਫਸਟ ਹੋਇਆ ਸੀ ਉਹ ਸੀ ਵੀ ਨਰਹਰੀ ਰਾਓ। ਵੀ ਨਰਹਰੀ ਰਾਓ ਆਪਣੇ ਭਾਰਤ ਦੇ ਪਹਿਲੇ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਰਹਿ ਚੁੱਕੇ ਹੈ। 1950 ਦੇ ਵਿੱਚ ਇਹ ਪੋਸਟ ਆਈ ਸੀਗੀ, 1954 ਤੱਕ ਆਪਣੀ ਇਹਨਾਂ ਨੇ ਸੇਵਾਵਾਂ ਦਿੱਤੀਆਂ ਸੀਗੀਆਂ, ਤੇ ਵਰਤਮਾਨ ਸਮੇਂ ਜਿਹੜੇ 14th ਹੈਗੇ ਆ, ਇਹ ਕਰੰਟ ਵੀ ਨੋਟ ਕਰ ਲਓ, ਤੁਹਾਨੂੰ ਨੰਬਰ ਵੀ ਪਤਾ ਹੋਣਾ ਚਾਹੀਦਾ ਕੌਣ ਹੈਗੇ ਆ। 14th ਨੰਬਰ ਤੇ ਜੀ.ਸੀ. ਮੁਰਮੂ, ਜੀ.ਸੀ. ਮੁਰਮੂ। ਅੱਛਾ, ਤੁਹਾਨੂੰ ਇਹ ਵੀ ਤੁਹਾਡੇ ਮਨ ਚ ਆ ਸਕਦਾ ਵੀ ਸਰ ਜੀ.ਸੀ. ਮੁਰਮੂ ਕੌਣ, ਮੈਂ ਥੋੜਾ ਜਿਹਾ ਇਹਨਾਂ ਬਾਰੇ ਹੋਰ ਵੀ ਲਿਖਾ ਦਿੰਦਾ। ਲੈਫਟੀਨੈਂਟ ਗਵਰਨਰ ਰਹਿ ਚੁੱਕੇ ਹੈ, ਲੈਫਟੀਨੈਂਟ ਗਵਰਨਰ ਆਫ ਜੰਮੂ ਐਂਡ ਕਸ਼ਮੀਰ। ਜੰਮੂ ਐਂਡ ਕਸ਼ਮੀਰ, ਇਹ ਪਹਿਲਾਂ ਉੱਥੇ ਆਪਣੀਆਂ ਸੇਵਾਵਾਂ ਦਿੰਦੇ ਸੀਗੇ, ਪਰੰਤੂ ਇਹਨਾਂ ਦੀ ਜਿਹੜੀ ਜੁਆਇਨਿੰਗ 8 ਅਗਸਤ 2020 ਚ ਹੋਈ ਹੈ, ਮਤਲਬ ਇਸ ਤੋਂ ਪਹਿਲਾਂ ਇਹ ਲੈਫਟੀਨੈਂਟ ਗਵਰਨਰ ਆਫ ਜੰਮੂ ਐਂਡ ਕਸ਼ਮੀਰ ਸੀਗੇ, ਤੇ ਹੁਣ ਇਹ ਬਤੌਰ ਜਿਹੜਾ ਹੈ ਕੈਗ ਦੇ ਸੇਵਾਵਾਂ ਦੇ ਰਹੇ ਆ। ਇਹਨੂੰ ਕਹਿ ਸਕਦੇ ਆ ਆਪਾਂ, ਪੂਰਾ ਨਾਮ ਵੀ ਨੋਟ ਕਰ ਸਕਦੇ ਹੋ, ਗਿਰੀਸ਼ ਚੰਦਰ ਮੁਰਮੂ। ਗਿਰੀਸ਼ ਚੰਦਰ ਮੁਰਮੂ ਹੈ ਜਿਹੜਾ ਇਹਨਾਂ ਦਾ ਪੂਰਾ ਨਾਮ ਹੈ ਜੀ। ਠੀਕ ਹੈ, ਮੇਰੇ ਅਕੋਰਡਿੰਗ ਸਮਝ ਆ ਗਿਆ ਹੋਵੇਗਾ ਜੀ। ਨੈਕਸਟ ਪੁਆਇੰਟ ਦੇਖਦੇ ਹਾਂ, ਕੁਆਲੀਫਿਕੇਸ਼ਨਸ ਬਾਰੇ ਆਪਾਂ ਚਰਚਾ ਕਰ ਲੈਂਦੇ ਆ। ਦੇਖੋ, ਕਿਸੇ ਨੂੰ ਕੁਝ ਵੀ ਡਾਊਟ ਵੈਰੀ ਹੋਵੇ ਤੁਸੀਂ ਵਿਦਆਊਟ ਐਨੀ ਹੈਜ਼ਿਟੇਸ਼ਨ ਕਮੈਂਟ ਸੈਕਸ਼ਨ ਪੁੱਛ ਸਕਦੇ ਹੋ। ਆਪਾਂ ਹੁਣ 1 ਬਾਈ 1 ਸਾਰੇ ਪੁਆਇੰਟਸ ਨੂੰ ਡਿਸਕਸ਼ਨ ਕਰਦੇ ਆ। ਕੁਆਲੀਫਿਕੇਸ਼ਨ ਤੋਂ ਪਹਿਲਾਂ ਅਪਾਇੰਟਮੈਂਟ ਦੇਖੋ, ਸਾਡੀ ਅਪਾਇੰਟਮੈਂਟ ਬਾਰੇ ਆਪਾਂ ਪੜ੍ਹ ਲੈਂਦੇ ਆ ਜੀ। ਇਹਨਾਂ ਨੂੰ ਨਿਯੁਕਤ ਕੌਣ ਕਰਦਾ ਹੈ ਜੀ? ਅਪਾਇੰਟਮੈਂਟ ਇਹਨਾਂ ਦੀ ਨਿਯੁਕਤੀ ਅੱਛਾ, ਨਾਲ ਮੈਂ ਲਿਖ ਵੀ ਦਿੰਦਾ ਵੀ ਤੁਹਾਨੂੰ, ਇਹਨਾਂ ਦੀ ਨਿਯੁਕਤੀ ਕੌਣ ਕਰਦਾ ਹੈ? ਬਾਈ ਪ੍ਰੈਜ਼ੀਡੈਂਟ ਦੁਆਰਾ ਨਿਯੁਕਤੀ ਕੀਤੀ ਜਾਂਦੀ ਹੈ, ਬਟ on the suggestion of CM, on the suggestion of COM ਦੇ ਆਧਾਰ ਤੇ, ਇਹਨਾਂ ਦੀ ਸੁਜੈਸ਼ਨ ਦੇ ਬਿਹਾਫ ਤੇ ਹੀ ਪ੍ਰੈਜ਼ੀਡੈਂਟ ਕੈਗ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਦੀ ਜਿਹੜੀ ਜੁਆਇਨਿੰਗ ਆਪਣੀ ਉਹਨਾਂ ਦੀ ਅਪਾਇੰਟਮੈਂਟ ਕਰਦੇ ਆ। ਦੇਖੋ, ਤੁਸੀਂ 골ਡਨ 0 ਪੁਆਇੰਟ, ਜੇਕਰ ਤੁਸੀਂ ਪੋਲੀਟੀਕਲ ਸਾਇੰਸ ਪੜ੍ਹਦੇ ਆਏ ਹੋ ਤਾਂ ਤੁਸੀਂ 골ਡਨ 0 ਪੁਆਇੰਟ ਜ਼ਰੂਰ ਸੁਣਿਆ ਹੋਊਗਾ। 골ਡਨ 0 ਹੈ ਕਿਹੜਾ? ਆਰਟੀਕਲ 148 ਦੇ ਤਹਿਤ ਪ੍ਰੈਜ਼ੀਡੈਂਟ ਦਾ ਸੀਐਮ ਦੀ ਸੁਜੈਸ਼ਨ ਦੇ ਆਧਾਰ ਤੇ ਉਹਨਾਂ ਨੂੰ ਅਪਾਇੰਟ ਕਰਨਾ। ਦੇਖੋ, ਕੈਗ ਦਾ ਕੰਮ ਕੀ ਹੁੰਦਾ ਹੈ? ਆ ਜਿਹੜਾ COM ਕਾਉਂਸਲ ਆਫ ਮਿਨਿਸਟਰ, ਮੰਤਰੀ ਪ੍ਰੀਸ਼ਦ ਹੈ, ਧਨ ਦਾ ਖਰਚਾ ਧਨ ਕਰਦੀ ਹੈ, ਮਤਲਬ ਧਨ ਉਹਨਾਂ ਦਾ ਜਿਹੜਾ ਪੈਸਾ ਹੁੰਦਾ ਹੈ ਉਹਦਾ ਦੇਖ ਰੇਖ ਕਰਦੀ ਹੈ ਕੌਣ? ਕੈਗ। ਠੀਕ ਹੈ, ਉਹਦਾ ਹਿਸਾਬ ਕਿਤਾਬ ਰੱਖਦੀ ਹੈ, ਉਹਦਾ ਹਿਸਾਬ ਕਿਤਾਬ ਰੱਖਦਾ ਪੋਸਟ, ਹਿਸਾਬ ਕਿਤਾਬ ਉਹੀ ਉਸ ਨੂੰ ਹਾਇਰ ਕਰੀ ਜਾਂਦੇ ਆ। ਹੋਣਾ ਕੀ ਚਾਹੀਦਾ ਹੈ? ਅਕੋਰਡਿੰਗ ਟੂ ਮੀ ਕੋਲੇਜੀਅਮ ਸਿਸਟਮ ਹੋਣਾ ਚਾਹੀਦਾ ਹੈ। ਕੋਲੇਜੀਅਮ ਸਿਸਟਮ ਹੋਣਾ ਚਾਹੀਦਾ ਹੈ, ਮਤਲਬ ਇੱਕ ਚੁਣਾਵ ਮੰਡਲ ਹੋਣਾ ਚਾਹੀਦਾ ਹੈ। ਉਹਦੇ ਚ ਕਿਉਂ ਨਾ PM ਨੂੰ ਰੱਖਿਆ ਜਾਵੇ, ਕਿਉਂ ਨਾ ਉਹਦੇ ਚ ਪ੍ਰੈਜ਼ੀਡੈਂਟ ਨੂੰ ਰੱਖਿਆ ਜਾਵੇ, ਕਿਉਂ ਨਾ ਉਹਦੇ ਚ ਜਿਹੜਾ ਸੁਪਰੀਮ ਕੋਰਟ ਦਾ ਕੋਈ ਵਿਸ਼ੇਸ਼, ਮੰਨ ਲਓ ਚੀਫ ਜਸਟਿਸ ਨੂੰ ਕਿਉਂ ਨਾ ਰੱਖਿਆ ਜਾਵੇ। ਪਰ ਕਮੀ ਤਾਂ ਹੈ, ਇਸ ਨੂੰ 골ਡਨ 0 ਦੇ ਨਾਂ ਨਾਲ ਆਪਾਂ ਜਾਣਦੇ ਹੁੰਦੇ ਆ। ਇਹ ਪੁਆਇੰਟ ਕਲੀਅਰ ਹੋ ਗਿਆ। ਪ੍ਰੈਜ਼ੀਡੈਂਟ ਵਾਰੰਟ ਜਾਰੀ ਕਰਦਾ ਹੈ, ਵਾਰੰਟ ਇਹਨੂੰ ਪੰਜਾਬੀ ਚ ਕਹੋਗੇ ਅਧਿਪੱਤਰ। ਵਾਰੰਟ ਇੱਕ ਐਸਾ ਪਰਸਨ ਹੁੰਦਾ ਹੈ ਜਿਹੜਾ ਬਾਈ ਹੈਂਡ ਦਿੱਤਾ ਜਾਂਦਾ ਹੈ, ਬਾਈ ਪ੍ਰੈਜ਼ੀਡੈਂਟ, ਤੇ ਉਸ ਤੋਂ ਉਹਦੇ ਉੱਪਰ ਸੀਲ ਵੀ ਲੱਗੀ ਹੁੰਦੀ ਹੈ, ਪ੍ਰੈਜ਼ੀਡੈਂਟ ਦੀ ਸੀਲ ਲੱਗੀ ਹੁੰਦੀ ਹੈ। ਹੋਰ ਕੀ ਸਮਝੋਗੇ? ਇਹ ਆਪਣੇ ਮੇਨ ਪੋਸਟਾਂ ਨੂੰ ਦਿੱਤਾ ਜਾਂਦਾ, ਜਿਵੇਂ ਸੁਪਰੀਮ ਕੋਰਟ ਦੇ ਜਿੰਨੇ ਜੱਜਿਸ ਹੋ ਜਾਂਦੇ ਆ, ਹਾਈ ਕੋਰਟ ਦੇ ਜਿੰਨੇ ਜੱਜਿਸ ਹੁੰਦੇ ਆ, ਇਹਨਾਂ ਦੀ ਅਪਾਇੰਟਮੈਂਟ ਪ੍ਰੈਜ਼ੀਡੈਂਟ ਹੀ ਕਰਦੇ ਆ। ਇਸ ਪੋਸਟ ਨੂੰ ਵਾਰੰਟ ਜਾਰੀ ਕੀਤਾ ਜਾਂਦਾ। ਦੂਜੀ ਜਿਹੜੀ ਪੋਸਟ ਆ ਜਾਂਦੀ ਕੈਗ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ, ਇਹਨਾਂ ਨੂੰ ਵੀ ਵਾਰੰਟ ਜਾਰੀ ਕੀਤਾ ਜਾਂਦਾ ਬਾਈ ਦਾ ਪ੍ਰੈਜ਼ੀਡੈਂਟ। ਐਂਡ ਤੀਸਰਾ ਹੈ ਇੱਕ ਨਿਯੁਕਤੀ ਪੱਤਰ, ਕਹਿ ਸਕਦੇ ਹੋ ਤੁਸੀਂ ਆਪਣੇ ਸੌਖੇ ਸ਼ਬਦਾਂ ਸਮਝਣ ਦੇ ਲਈ। ਗਵਰਨਰਸ, ਜਿੰਨੇ ਵੀ ਗਵਰਨਰਸ ਅਪਾਇੰਟ ਕੀਤੇ ਜਾਂਦੇ ਆ ਸਟੇਟਸ ਦੇ, ਉਹਨਾਂ ਨੂੰ ਅਪਾਇੰਟ ਕਰਦੇ ਸਮੇਂ ਪ੍ਰੈਜ਼ੀਡੈਂਟ ਉਹਨਾਂ ਨੂੰ ਵਾਰੰਟ ਜਾਰੀ ਕਰਦਾ, ਇੱਕ ਅਧਿਪੱਤਰ ਕਹਿ ਸਕਦੇ ਹੋ ਜੀ। ਅਪਾਇੰਟਮੈਂਟ ਕਲੀਅਰ। ਜਾਣ ਲੈਣੇ ਆ ਕੁਆਲੀਫਿਕੇਸ਼ਨਸ ਨੂੰ। ਕੁਆਲੀਫਿਕੇਸ਼ਨਸ
योग्यतावां, योग्यतावां, you have to keep it in your mind. It is not in constitution, not in Indian constitution. ਇਹ ਭਾਰਤੀ ਸੰਵਿਧਾਨ ਦੇ ਵਿੱਚ ਕਿਤੇ ਨਹੀਂ ਲਿਖਿਆ ਹੋਇਆ, ਪਹਿਲਾ ਪੁਆਇੰਟ। दूसरा पॉइंट ध्यान च रखोगे, ये सारी जिम्मेवारी है संसद ਨੂੰ सौंपी गई है। जिम्मेवारी संविधान ਦੇ ਵਿੱਚ संसद ਨੂੰ सौंपी है कि संसद ही उसकी क्वालिफिकेशन ਦਾ ਜਿਹੜਾ निर्धारण करेगा। ਤੇ संसद ने ਕੀਤਾ ਵੀ ਹੈ भी, एक एक्ट आया सी कैग्स DPC, कैग्स ड्यूटीज पावर्स एंड कंडीशन सर्विसेज एक्ट 1971 आ एक एक्ट लेके आंदा सी पार्लीमेंट ने। ਇਹਦੇ ਤਹਿਤ ਜਿਹੜੇ ਆਪਣੇ IAS ਹੁੰਦੇ ਹੈ, इंडियन एडमिनिस्ट्रेटिव सर्विस, इस पोस्ट ਨੂੰ ਜਿਹੜਾ ਹੈ योग ਮੰਨਿਆ ਗਿਆ ਕਿਹਦੇ, कैग ਦੇ, कंट्रोलर एंड ऑडिटर जनरल ऑफ इंडिया। मेरे अकॉर्डिंग क्लियर हो गया ਤੁਹਾਨੂੰ, ठीक है जी। योग्यतावां ਦਾ निर्धारण संविधान ਚ नहीं है, जिम्मेवारी संसद ਨੂੰ ਦਿੱਤੀ ਗਈ ਹੈ ਤੇ संसद ने कैग्स DPC एक्ट ਲਿਆਂਦਾ ਸੀ 1971 ਦੇ ਵਿੱਚ। ਉਹਦੇ ਤਹਿਤ ਜਿਹੜਾ IAS ਅਧਿਕਾਰੀ ਹੁੰਦੇ ਆ ਉਹਨਾਂ ਨੂੰ ਇਸ ਦੇ ਯੋਗ ਮੰਨਿਆ ਸੀਗਾ ਜੀ, ਠੀਕ ਹੈ। ਆਪਾਂ ਕੁਆਲੀਫਿਕੇਸ਼ਨਸ ਪਹਿਲਾ अपॉइंटमेंट पढ़ ली जी, अपॉइंटमेंट पढ़ चुके हैं, मतलब नियुक्ति पढ़ चुके हैं, ठीक है। उस तो बाद क्वालिफिकेशंस हो गई। तीसरा है औथ। औथ कौन दवाਉਂਦਾ है ਇਹਨਾਂ ਨੂੰ, प्रेसिडेंट। प्रेसिडेंट ही औथ दवाऊगा। प्रेसिडेंट औथ दवाਉਂਦਾ है, परंतु इसका जिक्र कित्थे मिलता है, तीसरी अनुसूची विच। तीसरी अनुसूची विच ਤੁਹਾਨੂੰ पता होगा जी अपनी पहली अनुसूची है वो डील करती है 28 स्टेट्स के नेम दिते हुए ते 8 यूटी के नाम दिते हुए है। दूसरी जी शेड्यूल है अनुसूची है वो सैलरी दी हुई है, किहड़ी पोस्ट को कितनी सैलरी पे करनी है। तीसरी जी शेड्यूल अनुसूची है वो औथ का जिक्र किया गया, किनू केड़ा औथ दवाएगा ते उस औथ का आधार की होएगा। ते कैग कादी औथ चुकते हैं, फेथ इन इंडियन कॉन्स्टिट्यूशन, फेथ इन इंडियन कॉन्स्टिट्यूशन, भारतीय संविधान दे विच विश्वास की जिहड़ी औथ चुकी जाती है बाय द कैग, ठीक है। औथ तो बाद आपां नूं इह भी पता होना चाहिए, देखो एक पर्सन अपॉइंट हो चुके हैं, उहदी क्वालिफिकेशंस पढ़ चुके हैं, आपां उन्हां दे औथ बारे जान चुके हैं, आपां नूं उन्हां दा टेन्योर पता होना चाहिए। टेन्योर कार्यकाल, ठीक है। कार्यकाल इंडियन कॉन्स्टिट्यूशन दे विच फिर इसका जिक्र है नहीं, जे मैं गल करा इंडियन कॉन्स्टिट्यूशन दे विच इसका जिक्र नहीं है। ये जिम्मेवारी फिर जिहड़ा संसद दे विच संसद ते सौंपी गई है ते संसद ने जिहड़ा है अपने ऐसे एक्ट दे राही, DPC एक्ट दे राही की कीता, 6 इयर्स और 65 इयर्स एज ते तुसीं हेठा लिख सकते हो whichever is earlier। देखो ज्यादा 6 साल कार्यकाल होंदा है या 65 साल उम्र तक है कोई पर्सन कैग की पोस्ट के उपर रह सकता। मान के चलो मेरी एज या किसी भी पर्सन की एज जिहड़ा बतौर कैग अपॉइंट किया जा रहा है, IAS अधिकारी है, DPC एक्ट के तहत ही कर रहा मैं। हुण देखो जेकर 40 साल एज है तो 46 साल तक वो आप पहली शर्त के अकॉर्डिंग काम करेगा। तो जेकर किसी पर्सन की 62 ईयर्स एज है तो उसनू कैग के तौर पर अपॉइंट किया गया है, तो आफ्टर 3 ईयर्स यानी उन्होंने 65 साल एज पूरी हो चुकी है, उतों तक वो अपना टेन्योर संभालणगे जी। देन उस तो बाद है रिमूवल। रिमूवल उन्होंने हटाना, ठीक है। जिवें आपां लास्ट वीडियो च अटॉर्नी जनरल बारे पढ़िया सी, अटॉर्नी जनरल बारे उन्हों की वीडियो का पूरा जिहड़ा लिंक है डिस्क्रिप्शन दिता है, पूरा डिटेल दे विच वार्तालाप की गई है, तुसीं जरूर सैशन देखो। जेकर पॉलिटी लवर है हो, पॉलिटिकल लैक्चरर की तुसीं तैयारी कर रहे हो या SST मास्टर कैडर की तैयारी कर रहे हो या पंजाब के किसी भी एग्जाम की भावें तुसीं नैट JRF की तैयारी कर रहे हो, सैशन तुहाडे लई हैल्पफुल है जी, ठीक है। नैक्सट पॉइंट हटाना।
प्लेजर ऑफ द प्रेसिडेंट, प्लेजर ऑफ द प्रेसिडेंट नहीं है। राष्ट्रपति की इच्छा थोड़ी है, नहीं हटा सकते, जिवें अटॉर्नी जनरल हटाया जा सकता, नहीं इन्हों नहीं हटाया जा सकता। दूजी गल पता होनी चाहिए है, एक ही लाइन लिखी हुई, जिवें सुप्रीम कोर्ट के जज हटाए जाते हैं ना, सुप्रीम कोर्ट जजिस नूं हटाया जाता है, सुप्रीम कोर्ट जजिस नूं हटाया जाता है, वो सेम ही मैथड यूज किया जा सकता है। सुप्रीम कोर्ट के जज नूं हटाना होवे ਉਹਦੇ ਲਈ ਇੰਪੀਚਮੈਂਟ ਪ੍ਰੋਸੈਸ ਹੁੰਦਾ ਹੈ। ਇੰਪੀਚਮੈਂਟ ਵੈਸੇ ਮੈਂ ਇੱਥੇ ਥੋੜਾ ਹੋਰ ਕਲੀਅਰ ਕਰ ਦਿੰਦਾ। ਇੰਪੀਚਮੈਂਟ ਵਰਡ ਭਾਰਤੀ ਸੰਵਿਧਾਨ ਦੇ ਵਿੱਚ ਸਿਰਫ ਔਰ ਸਿਰਫ ਪ੍ਰੈਜ਼ੀਡੈਂਟ ਲਈ ਯੂਜ਼ ਕੀਤਾ ਗਿਆ ਹੈ। ਮਹਾਦੋਸ਼ ਦਾ ਮੁਕੱਦਮਾ ਆਰਟੀਕਲ 61 ਦੇ ਵਿੱਚ ਵਿਆਖਿਤ ਕੀਤਾ ਗਿਆ ਹੈ। ਇੰਪੀਚਮੈਂਟ ਮਹਾਦੋਸ਼ ਕਿਹਾ ਗਿਆ ਵੀ ਜਿਵੇਂ ਸੁਪਰੀਮ ਕੋਰਟ ਦੇ ਜੱਜਿਸ ਹਟਾਏ ਜਾਂਦੇ ਆ, ਉਵੇਂ ਹੀ ਤੁਸੀਂ ਕੈਗ ਨੂੰ ਵੀ ਹਟਾ ਸਕਦੇ ਹੋ। ਮੈਂ ਮੋਟੇ ਤੌਰ ਤੇ ਜਾਣਕਾਰੀ ਦੇ ਦਾਂ, ਵੈਸੇ ਆਪਣਾ ਸੁਪਰੀਮ ਕੋਰਟ ਤੇ ਵੀ ਸੈਸ਼ਨ ਰਹਿਣ ਵਾਲਾ ਹੈ। जेकर सुप्रीम कोर्ट के जज के ऊपर दो शर्तां होंदियां, दो कंडीशंस होंदियां, प्रूव्ड मिसबिहेवियर ते दूसरा डिसेबल। आ दो शर्तां होण मतलब किसी के ऊपर साबित दुराचार, भी वो पर्सन उसने दुराचार किया बट वो साबित होना चाहिए, तुहाडे कोल प्रूफ्स होने चाहिए है, या पर्सन डिसेबल हो चुका है, उस पोस्ट को संभालने में मानसिक तौर पर परेशान है, या हैंडीकैप हो चुका है, हैंडीकैप इस तरीके नाल क्योंकि वो मानसिक तौर पर काम नहीं कर पा रहा, ਇਹੋ ਜਿਹੀ ਕੰਡੀਸ਼ਨ ਦੇ ਵਿੱਚ ਉਸ ਪਰਸਨ ਨੂੰ ਜਿਹੜਾ ਹੈ ਹਟਾਉਣ ਦੇ ਲਈ ਪ੍ਰਸਤਾਵ ਲਿਆਂਦਾ ਜਾ ਸਕਦਾ ਹੈ। ਪਾਰਲੀਮੈਂਟ ਦੇ ਵਿੱਚ, ਪਾਰਲੀਮੈਂਟ ਦੇ ਕਿਸੇ ਵੀ ਸਦਨ ਦੇ ਵਿੱਚ ਪ੍ਰਸਤਾਵ ਲਿਆਂਦਾ ਜਾ ਸਕਦਾ ਹੈ, ਪਰੰਤੂ ਜੇਕਰ ਲੋਕ ਸਭਾ 'ਚ ਪ੍ਰਸਤਾਵ ਲੈ ਕੇ ਆਉਣਾ ਤਾਂ ਘੱਟੋ ਘੱਟ 100 ਪਰਸਨ ਹੋਣਗੇ, ਤੇ ਜੇਕਰ ਰਾਜ ਸਭਾ 'ਚ ਪ੍ਰਸਤਾਵ ਲੈ ਕੇ ਆਉਣਾ ਤਾਂ ਘੱਟੋ ਘੱਟ 50 ਬੰਦੇ ਉਸ ਪ੍ਰਸਤਾਵ ਨੂੰ ਲੈ ਕੇ ਆਉਣਗੇ ਜੀ। ਇਹ ਕਲੀਅਰ ਹੋ ਗਿਆ ਜੀ, ਰਿਮੂਵਲ। ਨੈਕਸਟ ਹੁਣ ਦੇਖੋ ਆਪਾਂ ਹਟਾ ਵੀ ਚੁੱਕੇ ਹਾਂ ਸੈਲਰੀ। ਇਹਦੇ ਬਾਰੇ ਲਿਖਿਆ ਗਿਆ ਸੰਸਦ निर्धारित करेगी, संसद निर्धारित करेगी ਜੀ, ਪਹਿਲਾ ਪੁਆਇੰਟ। ਦੂਜਾ ਪੁਆਇੰਟ ਹੈ ਇਹਦੇ ਵਿੱਚ ਕਦੇ ਵੀ ਹਾਨੀਕਾਰਕ ਬਦਲਾਅ ਨਹੀਂ ਕੀਤੇ ਜਾ ਸਕਦੇ, ਹਾਨੀਕਾਰਕ ਪਰਿਵਰਤਨ ਨਹੀਂ ਕੀਤੇ ਜਾ ਸਕਦੇ ਜੀ। ਪੋਸਟ ਤੇ ਰਹਿੰਦੇ ਹੋਏ ਕਦੇ ਵੀ ਹਾਨੀਕਾਰਕ ਪਰਿਵਰਤਨ ਨਹੀਂ ਕੀਤੇ ਜਾਣਗੇ। ਇੱਕ ਹੋਰ ਧਿਆਨ 'ਚ ਰੱਖੋ ਜੀ, ਜਿਹੜੀ कैग दी सैलरी है वो कंसोलीडेटेड फंड चो दी जाती है, संचित निधि चो दी जाती है, ठीक है। आर्टिकल 266 ਦੇ ਤਹਿਤ ਇਸ ਦਾ ਜ਼ਿਕਰ ਕੀਤਾ ਜਾਂਦਾ। ਕੰਸੋਲੀਡੇਟਡ ਫੰਡ ਦੇ ਵਿੱਚੋਂ ਇਹਨਾਂ ਨੂੰ ਸੈਲਰੀ ਪੇ ਕੀਤੀ ਜਾਂਦੀ ਹੈ। ਹੁਣ ਧਿਆਨ 'ਚ ਰੱਖੋ, ਜਿਹੜੀ सैलरी है कैग दी कैग्स सैलरी, इसनूं भारित खर्च क्या जाता है, इसनूं चार्ज एक्सपेंडिचर क्या जाता है, चार्ज एक्सपेंडिचर क्या जाता है, मतलब भारित खर्चा कह सकते हैं। भारित खर्चा क्या जाता है किनूं, कैग दी सैलरी नूं। हुण चार्ज एक्सपेंडिचर की होंदा है, लिख सकते हो, जिहदे उपर संसद बहस तां कर सकती है, डिबेट तां कर सकती है, विचार प्रस्तुत कर सकती है, परंतु वोट नहीं कर सकती। मैं कह सकता जिहड़ी पार्लीमेंट है वो डिबेट कर सकती है, अपने विचार प्रस्तुत कर सकती है, परंतु उस ते मतदान नहीं हुंदा, उसनूं कह सकते हाँ चार्ज एक्सपेंडिचर, मतलब भारित खर्चा कह सकते हो। होर ध्यान च रख सकते हो, सैलरी तो बाद मतलब ऑफिस ऑफ द प्रॉफिट आफ्टर रिटायरमेंट कोई परसन जिहड़ा है ऑफिस ऑफ द प्रॉफिट मतलब जिथों उन्होंने अर्निंग होंदी है उस पोस्ट के उपर वो काम नहीं कर सकता। परंतु तुहाडे चो कोई किसी का ख्याल हो सकता है, अपने जिहड़े 7th सीगे जिहड़े TN चतुर्वेदी त्रिलोकनाथ चतुर्वेदी
ਇਹ 1984 ਤੋਂ ਲੈ ਕੇ 90 ਤੱਕ 1984 ਤੋਂ ਲੈ ਕੇ 90 ਤੱਕ ਆਪਣੇ 7th ਜਿਹੜੇ ਕੈਗ ਰਹੇ ਸੀ 7th ਕੈਗ ਸੀਗੇ। ਤੁਸੀਂ ਕਹੋਗੇ ਵੀ ਸਰ ਜੀ ਆਫਿਸ ਆਫ ਦਾ ਪ੍ਰੋਫਿਟ ਤੇ ਕੰਮ ਨਹੀਂ ਕਰ ਸਕਦੇ ਤਾਂ ਇਹ ਪਰਸਨ ਜਾ ਕੇ 14th ਗਵਰਨਰ ਬਣਿਆ ਸੀ। 14th ਗਵਰਨਰ ਆਫ ਕਰਨਾਟਕਾ ਬਣੇ ਸੀ। ਕਰਨਾਟਕਾ, ਠੀਕ ਹੈ, ਕਰਨਾਟਕਾ ਦੇ 14th ਗਵਰਨਰ ਬਣੇ ਸੀਗੇ। ਇਹਨਾਂ ਦਾ ਟੈਨਿਓਰ ਸੀਗਾ ਜਿਹੜਾ ਉਹ 2002 ਤੋਂ ਲੈ ਕੇ 2009 ਤੱਕ ਸੀਗਾ। 2002 ਤੋਂ ਲੈ ਕੇ 2007 ਤੱਕ ਸੀ, ਸੌਰੀ, ਠੀਕ ਹੈ, 5 ਸਾਲਾਂ ਦਾ ਟੈਨਿਓਰ ਰਿਹਾ ਸੀ 14th ਗਵਰਨਰ ਆਫ ਕਰਨਾਟਕਾ। ਹੁਣ ਦੇਖੋ ਤੁਸੀਂ ਕਹੋਗੇ ਵੀ ਇਹ ਕਿਵੇਂ ਹੋ ਸਕਦਾ ਹੈ? ਮੈਂ ਕਹਿ ਸਕਦਾ ਵੀ ਆਪਣੇ ਭਾਰਤੀ ਸੰਵਿਧਾਨ ਦੀ ਕੁਝ ਪੋਸਟਾਂ ਜਿਹੜੀਆਂ ਆਫਿਸ ਆਫ ਦਾ ਪ੍ਰੋਫਿਟ ਤੋਂ ਪਰੇ ਨੇ। ਕਿਹੜੀ ਕਿਹੜੀ? ਇੱਕ ਤਾਂ ਪ੍ਰੈਜ਼ੀਡੈਂਟ, ਪ੍ਰੈਜ਼ੀਡੈਂਟ मतलब जे कोई पर्सन कैग है तो बाद जो प्रेसिडेंट भी बन सकता है, यस। वाइस प्रेसिडेंट, यूनियन मतलब सेंटर दा और स्टेट मिनिस्टर, ठीक है। उस तो बाद गवर्नर्स, ये ऑफिस ऑफ द प्रॉफिट तो परे हुंदे है, ठीक है। ध्यान च रखोगे जी इस पॉइंट्स, ठीक है। हुण आपां वन बाय वन सारे आर्टिकल्स ਨੂੰ डिस्कशन करते हैं। आर्टिकल 148 ਆਪਾਂ ਸਾਰਾ ਡਿਟੇਲ ਦੇ ਵਿੱਚ ਡਿਸਕਸ਼ਨ ਕਰ ਚੁੱਕੇ ਹਾਂ। ਹੁਣ ਮੈਂ ਆਰਟੀਕਲ 149 ਰਾਹੀਂ ਇਹਨਾਂ ਦੇ ਕੰਮ ਬਣਾਉਣਾ ਚਾਹੂੰਗਾ। ਆਰਟੀਕਲ 149 ਦੇਖੋ, ਜੇ ਕੰਮ ਸਮਝਣੇ ਆ ਤੁਹਾਨੂੰ ਦੋ ਚੀਜ਼ਾਂ ਸਮਝ ਆ ਜਾਣੀ ਚਾਹੀਦੀਆਂ। ਇੱਕ ਤਾਂ ਹੁੰਦਾ ਹੈ ਅਕਾਊਂਟਿੰਗ, ਇੱਕ ਹੁੰਦਾ ਹੈ ਆਡਿਟਿੰਗ। ਆਡਿਟਿੰਗ, ਆ ਦੋ ਚੀਜ਼ਾਂ ਹੁੰਦੀਆਂ, ਠੀਕ ਹੈ। ਅਕਾਊਂਟ ਹੁੰਦਾ ਹੈ ਹਿਸਾਬ ਕਿਤਾਬ ਰੱਖਣਾ, हिसाब किताब रखना। ते ऑडिटिंग हुंदा है, ऑडिटिंग हुंदा है हिसाब किताब की जांच करना, हिसाब किताब की जांच करना, जांच करना, ठीक है। कैग अपनी एक ही पोस्ट हुंदी है, मैं पहला भी दस्सिया, अपने सेंटर ते स्टेट लई, सेंटर एंड स्टेट लई एक ही पोस्ट काम करती है, दैट इज कैग। हुण देखो वो दोने काम संभालते हैं, अकाउंटिंग एंड ऑडिटिंग। ध्यान रहे 1950 तो लैके 1976 तक सेंटर एंड स्टेट दे विच दोनों काम संभाले सी। दोवें काम मतलब अकाउंटिंग एंड ऑडिटिंग कैग ने दोनों काम संभाले सी। परंतु 1976 ਦੇ ਵਿੱਚ ਪ੍ਰਸਤਾਵ ਆਉਂਦਾ ਹੈਗਾ ਤੇ ਅਕਾਊਂਟਿੰਗ ਦੇ ਲਈ ਜਿਹੜਾ ਹੈ ਉਹ ਕਹਿੰਦੇ ਸੀ ਆਡਿਟਿੰਗ ਉਹਨੂੰ ਕਲਾ ਸਿਰਫ ਜਾਂਚ ਦਾ ਕੰਮ ਦਿਓ। ਜਾਂਚ ਦਾ ਕੰਮ ਪਤਾ ਕੀ ਹੁੰਦਾ ਹੈ? ਇੱਕ ਤਾਂ ਹੁੰਦਾ ਹੈ ਅਕਾਊਂਟਿੰਗ, ਤੁਹਾਨੂੰ ਕਹਿ ਦਿੱਤਾ ਗਿਆ ਵੀ ਤੁਹਾਨੂੰ 500 ਰੁਪਏ ਦੇ ਦਿੱਤਾ ਗਿਆ, ਤੁਸੀਂ ਕਿੱਥੇ ਕਿੱਥੇ ਕਿੰਨਾ ਖਰਚ ਕਰ ਲਿਆ, ਮੇਰੇ ਕੋਲ ਸਾਰਾ ਬਿਊਰਾ ਹੈਗਾ। ਬਟ 500 ਦੇ ਵਿੱਚ ਮੈਨੂੰ ਪਹਿਲਾਂ ਪਤਾ ਸੀ ਵੀ 300 ਰੁਪਇਆ ਤੁਸੀਂ ਉੱਥੇ ਖਰਚ ਕਰਨਾ ਹੈ, 100 ਤੁਸੀਂ ਉੱਥੇ ਕਰਨਾ ਹੈ, 50 ਉੱਥੇ ਕਰਨਾ ਹੈ, 20 ਉੱਥੇ, 30 ਉੱਥੇ ਖਰਚ ਕਰਨੇ ਹੈ। ਗੱਲ ਸਮਝੀ ਕਿ ਨਹੀਂ ਸਮਝੀ? ਉਹ ਹੁੰਦਾ ਆਡਿਟਿੰਗ, ਉਸ ਅਕੋਰਡਿੰਗ ਪੈਸਾ ਖਰਚਿਆ ਕਿ ਨਹੀਂ ਖਰਚਿਆ। ਇੰਨਾ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਜੀ? ਚਲੋ ਹੁਣ ਉਹ ਹੁੰਦੀ ਹੈ ਆਡਿਟਿੰਗ। ਸੈਂਟਰ ਤੇ ਸਟੇਟ ਦੇ ਦੋਨੋਂ ਕੰਮ ਕਰਦੇ ਸੀ, ਪਰੰਤੂ 1976 ਚ ਸਟੇਟ ਗਵਰਨਮੈਂਟਸ ਨੇ ਉਸ ਦਾ ਵਿਰੋਧ ਕਰਤਾ ਸੀ। ਕਹਿੰਦੇ ਨਹੀਂ, ਅਸੀਂ ਕੋਈ ਵੀ ਅਲੱਗ ਤੋਂ ਪੋਸਟ ਅਕਾਊਂਟਿੰਗ ਦੇ ਲਈ ਨਹੀਂ ਰੱਖਣੀ, ਉਹ ਕੰਮ ਤੁਹਾਨੂੰ ਹੀ ਸੰਭਾਲਣਾ ਪਏਗਾ। ਹੁਣ ਧਿਆਨ 'ਚ ਰੱਖੋ, ਆਫਟਰ 1976 ਦੇ ਵਿੱਚ ਤੋਂ ਬਾਅਦ ਦੀ ਗੱਲ ਕਰਾਂ ਤਾਂ ਆਪਾਂ ਦੋ ਪੋਸਟਾਂ ਬਣਾ ਲੈਂਦੇ ਆਪਾਂ, ਸੈਂਟਰ ਤੇ ਸਟੇਟ। ਸੈਂਟਰ, ਇੱਥੇ ਮੈਂ ਸਟੇਟ ਲਿਖ ਦਿੰਦਾ, ਠੀਕ ਹੈ, ਸੈਂਟਰ ਤੇ ਸਟੇਟ। ਹੁਣ ਜੇ ਗੱਲ ਕਰਾਂ ਅਕਾਊਂਟਿੰਗ ਦਾ ਕੰਮ ਕੌਣ ਸੰਭਾਲਦਾ ਜੀ? ਅਕਾਊਂਟਿੰਗ ਦਾ ਸੈਂਟਰ ਦੇ ਵਿੱਚ ਹੁੰਦਾ ਹੈ, ਕੈਗ ਦੀ ਥਾਂ ਤੇ ਸੀਜੀਏ ਕਰ ਲਓ। ਸੀਜੀਏ, ਕੰਟਰੋਲਰ ਜਨਰਲ ਆਫ ਅਕਾਊਂਟਸ, ਇੱਥੇ ਆ ਪੋਸਟ ਆ ਜਾਂਦੀ ਹੈ, ਠੀਕ ਹੈ। ਤੇ ਜੇਕਰ ਆਪਾਂ ਗੱਲ ਕਰਾਂ ਆਡਿਟਿੰਗ ਦੀ ਉਹ ਆਪਣੇ ਕੈਗ ਹੀ ਨੇ, ਕੈਗ, ਕਲੀਅਰ। ਤੇ ਇੱਥੇ ਭਾਵੇਂ ਸਟੇਟ ਦੇ ਵਿੱਚ 1976 ਤੋਂ ਬਾਅਦ ਦੀ ਗੱਲ ਕਰ ਲਓ, ਭਾਵੇਂ 1976 ਦੇ ਵਿੱਚ, ਦੋਨੋਂ ਥਾਂ ਤੇ ਕੈਗ ਹੀ ਕੰਮ ਕਰਦੇ ਨੇ ਜੀ। कैग सीजी ਦੀ ਫੁੱਲ ਫਾਰਮ ਦੱਸ ਦਿੰਦਾ, ਕੰਟਰੋਲਰ ਜਨਰਲ ਆਫ ਅਕਾਊਂਟਸ, ਠੀਕ ਹੈ। ਧਿਆਨ ਚ ਰੱਖੋਗੇ ਵੀ, ਠੀਕ ਹੈ। ਨੈਕਸਟ ਪੁਆਇੰਟ ਆਪਾਂ ਡਿਸਕਸ਼ਨ ਕਰ ਲੈਂਦੇ ਆ ਜੀ। ਆਰਟੀਕਲ 150, ਆਰਟੀਕਲ 150, ठीक है। फॉर्म ऑफ अकाउंट्स,
form of accounts ਲੇਖਾ ਦਾ प्रारूप ਤਿਆਰ ਕੀਤਾ ਜਾਂਦਾ, ਇੱਕ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਬਾय ਦਾ कैग द्वारा एक रिपोर्ट तैयार की जाती है। वो रिपोर्ट जिहड़ी सौंपी जाती है प्रेजिडेंट नूं जी। आर्टिकल 151 एंड लास्ट आर्टिकल है, इस दे नाल अपना जिहड़ा लैक्चर भी समअप हो जाता है। आर्टिकल 151 इस पर डिस्कशन कर लैंदे हां। वो जिहड़ी रिपोर्ट हैगी है, उस रिपोर्ट जिहड़ी कि कैग ने तैयार की गई है, कैग ने तैयार की हुई है, उस रिपोर्ट नूं प्रेजिडेंट संसद विच पार्लीमेंट पेश करते हैं, संसद पेश किया जाता है। ठीक है, संसद पेश किया जाता है। हुण तुसीं कहोगे भी हाँ पेश करता, एक अपना वित्तीय समिति हुंदी है, बहुत सारी समितियां बनी ने सेंटर दे विच, वित्तीय समिति, फाइनांस कमेटी बनी हुंदी है। इहदे च एक पोस्ट एक हुंदा है, अदारा हुंदा है PAC। हुण ये PAC हुंदा है, उस रिपोर्ट की जिहड़ी जांच करेगा, रिपोर्ट दी जांच करेगा। ठीक है, रिपोर्ट की जांच करता है। PAC का फुल फॉर्म तुसीं देख सकते हो, पब्लिक अकाउंट कमेटी। ਆਪਾਂ PAC ਬਾਰੇ ਹੋਰ ਥੋੜਾ ਜਿਹਾ ਚਰਚਾ ਕਰ ਲੈਂਦੇ ਆ। ਪਬਲਿਕ ਅਕਾਊਂਟ ਕਮੇਟੀ, ਠੀਕ ਹੈ। ਇਹ ਪਬਲਿਕ ਅਕਾਊਂਟ ਕਮੇਟੀ ਬਾਰੇ ਤੁਸੀਂ ਜਾਣ ਸਕਦੇ ਹੋ। ਇਹਦੇ ਟੋਟਲ 22 ਮੈਂਬਰਸ ਹੁੰਦੇ ਆ, ਜਿਹਦੇ ਚੋਂ 15 ਲੋਕ ਸਭਾ ਦੇ ਹੁੰਦੇ ਆ ਤੇ 7 ਹੈ ਜਿਹੜੇ ਉਹ राज्य सभा दे हुंदे हैं जी। एक लाइन तुसी होर जरूर सुनी होएगी, कैग इज फ्रेंड, फिलोसफर एंड गाइड टू पब्लिक अकाउंट कमेटी। आ लाइन बड़ी चर्चित हुंदी है, उन्होंने मित्र दार्शनिक ते गाइड किया जाता है PAC का। क्यों? क्योंकि आ तुहानूं दस्सिआ इत्थे रिपोर्ट की जांच कर सकता है ते वो जांच के दौरान कैग नूं खुद कोल बुलवा के भी उसकी जांच की जा सकती है ते वो अपनी सजैशन दिंदा है। हाँ, इहदा मतलब ये है क्योंकि कुछ वर्डिंग कैग की शायद इन्हूं ना समझ आवे तो वो खुद बुला के उस बारे पूछ सकते हैं, वो समझा सकते हैं जी। सो ये कुछ इंपॉर्टेंट गल्लां सी ते मेरे अकॉर्डिंग कैग तुसीं बड़ा ही डैप्थ दे विच जान चुके हो। ये सैशन तुहाडे लई किद्दां रहा जी? कमेंट सैक्शन तुहाडे लई खुला है जी, पूछ सकते हो, दस सकते हो। छोटी जी कोशिश हैगी है तुहाडे नाल पॉलिटी दे मतलब फ्री क्लासेस दे विच बहुत कुछ मैं शेयर करा। कमेंट सैक्शन च विचार दिओ, वीडियो नूं लाइक करो, अपने फ्रेंड्स नाल शेयर करो। जेकर तुसीं चैनल ते नवें चल के आए तो चैनल सबसक्राइब करना ना भुलना, नाल ही जो बैल आइकन है इसनूं प्रेस करना ना भुलना, ताकि जो भी नोटिफिकेशन है तुहाडे तक पहुंच सके।